ਹੈਲੋ ਸਟੂਡੈਂਟ, ਗੁੱਡ ਮਾਰਨਿੰਗ ਟੂ ਆਲ ਆਫ ਯੂ। ਬੇਟਾ ਆਪਾਂ 10th ਚੈਪਟਰ ਜਿਹੜਾ ਤੁਹਾਡਾ ਰਹਿੰਦਾ ਸੀ ਉਹਦੇ ਬਾਰੇ ਅੱਜ ਆਪਾਂ ਡਿਸਕਸ ਕਰਾਂਗੇ। ਆਪਣਾ ਨੈਕਸਟ ਟੌਪਿਕ ਹੈਗਾ ਜੈਂਡਰ ਡਿਵਰਸਿਟੀ ਵਾਲੇ ਚੈਪਟਰ ਦਾ, ਠੀਕ ਹੈ, ਜਿਹਦੇ ਵਿੱਚ ਅੱਜ ਪੜ੍ਹਾਂਗੇ ਆਪਾਂ ਲੜਕੀਆਂ ਦੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਦੇ ਉਪਾਅ ਕੀ ਨੇ, ਵੀ ਆਪਾਂ ਉਹਨਾਂ ਦੀ ਸਿੱਖਿਆ ਨੂੰ ਕਿਵੇਂ ਵਧਾ ਸਕਦੇ ਹਾਂ, ਉਹਦੇ ਲਈ ਕੀ ਉਪਾਅ ਜਿਹੜੇ ਆਪਾਂ ਕਰ ਸਕਦੇ ਹਾਂ। ਲੋਕਾਂ ਦੀ ਸੋਚ ਨੂੰ ਬਦਲਣਾ, ਸਭ ਤੋਂ ਪਹਿਲਾਂ ਆਪਾਂ ਲੋਕਾਂ ਦੀ ਸੋਚ ਨੂੰ ਬਦਲਾਂਗੇ। ਜਿਵੇਂ ਜਿਹੜੇ ਰੂੜੀਵਾਦੀ ਲੋਕ ਹੁੰਦੇ ਨੇ, ਜਿਵੇਂ ਜਿਨ੍ਹਾਂ ਦੀ ਸੋਚ ਕੁੜੀਆਂ ਪ੍ਰਤੀ ਲੋਅ ਲੈਵਲ ਦੀ ਹੁੰਦੀ ਹੈ, ਵੀ ਕੁੜੀਆਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦੇਣਾ, ਕੁੜੀਆਂ ਦੇ ਉੱਪਰ ਇੰਸਟਰਕਸ਼ਨਸ ਲਾ ਕੇ ਰੱਖਣਾ, ਵੀ ਸਿਰ 'ਤੇ ਦੁਪੱਟਾ ਲੈਣਾ, ਵੀ ਤੂੰ ਸਿਰਫ ਘਰ ਦੇ ਕੰਮਾਂ ਜੋਗਰੀ ਆ, ਤੂੰ ਸਿਰਫ ਸਾਡੇ 'ਤੇ ਡਿਪੈਂਡ ਆ। ਇਹ ਸਾਰੀਆਂ ਸੋਚਾਂ ਨੂੰ ਖ਼ਤਮ ਕਰਕੇ ਆਪਾਂ ਮਤਲਬ ਕਿ ਕੁੜੀਆਂ ਨੂੰ ਸਿੱਖਿਆ ਜਿਹੜੀ ਦੇ ਸਕਦੇ ਹਾਂ। ਜਿਵੇਂ ਭਾਰਤ ਜਿਹੇ ਰੂੜੀਵਾਦੀ ਦੇਸ਼ ਵਿੱਚ ਲੋਕਾਂ ਦੀ ਸੋਚ ਨੂੰ ਬਦਲੇ ਬਿਨਾਂ ਲੜਕੀਆਂ ਦੀ ਸਿੱਖਿਆ ਨੂੰ ਲੜਕੀਆਂ ਦੀ ਸਿੱਖਿਆ ਨੂੰ ਨਹੀਂ ਆਪਾਂ ਵਧਾਵਾ ਦੇ ਸਕਦੇ। ਉਹਨਾਂ ਨੇ ਇਹ ਦੱਸਿਆ ਜਾਣਾ ਜ਼ਰੂਰੀ ਹੈ ਕਿ ਲੜਕੀਆਂ ਦੀ ਸਿੱਖਿਆ ਵੀ ਓਨੀ ਹੀ ਜ਼ਰੂਰੀ ਹੈ ਜਿੰਨੀ ਕਿ ਲੜਕਿਆਂ ਦੀ ਵੀ। ਸਿੱਖਿਆ ਲੜਕੀਆਂ ਦੀ ਵੀ ਓਨੀ ਜ਼ਰੂਰੀ ਹੈ ਅਤੇ ਲੜਕਿਆਂ ਦੀ ਵੀ। ਤਾਂ ਅਸਿੱਖਿਅਤ ਲੜਕੀਆਂ ਦੇ ਮੁਕਾਬਲੇ ਆਪਣੀ ਘਰੇਲੂ ਜ਼ਿੰਮੇਵਾਰੀ ਨੂੰ ਜ਼ਿਆਦਾ ਵਧੀਆ ਢੰਗ ਨਾਲ ਕੀ ਕਰ ਸਕਦੀਆਂ ਨੇ, ਨਿਭਾ ਸਕਦੀਆਂ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜੀ ਸਿੱਖਿਅਤ ਕੁੜੀਆਂ ਪੜ੍ਹੀਆਂ ਲਿਖੀਆਂ ਹੋਣਗੀਆਂ, ਉਹ ਜਿਹੜੀਆਂ ਅਨਪੜ੍ਹ ਕੁੜੀਆਂ ਦੇ ਨਾਲੋਂ ਜਿਹੜੀ ਘਰੇਲੂ ਜ਼ਿੰਮੇਵਾਰੀਆਂ ਨੂੰ ਉਹਨੂੰ ਵਧੀਆ ਤਰੀਕੇ ਨਾਲ ਨਿਭਾਉਣਗੀਆਂ, ਠੀਕ ਹੈ। ਵਿਆਹ ਦੀ ਉਮਰ ਨੂੰ ਵਧਾਵਾ ਦੇਣਾ, ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਜੇਕਰ ਅਸੀਂ ਲੜਕੀਆਂ ਦੀ ਵਿਆਹ ਦੀ ਉਮਰ ਨੂੰ ਵਧਾ ਸਕੀਏ ਤਾਂ ਸਕੂਲਾਂ ਵਿੱਚ ਉਹਨਾਂ ਦੀ ਗਿਣਤੀ ਅਤੇ ਹਾਜ਼ਰੀ ਵਧਾ ਸਕਾਂਗੇ। ਜੇ ਵਿਆਹ ਦੀ ਉਮਰ ਵੱਧ ਜੇ, ਹੁਣ ਆਪਾਂ ਕੁੜੀਆਂ ਦੀ ਜਦੋਂ ਆਪਾਂ ਬਾਲ ਵਿਆਹ ਕਰ ਦਿੰਦੇ ਹਾਂ, 18 ਸਾਲ ਦੀ ਉਮਰ ਤੋਂ ਘੱਟ ਆਪਾਂ ਕੁੜੀਆਂ ਦੇ ਜਦੋਂ ਵਿਆਹ ਕਰਦੇ ਹਾਂ, ਠੀਕ ਹੈ, ਤਾਂ ਉਹ ਉਮਰ ਦੇ ਵਿੱਚ ਵਧਾਵਾ ਹੋਣਾ ਚਾਹੀਦਾ, ਵੀ ਵਾਧਾ ਹੋਣਾ ਚਾਹੀਦਾ, ਵੀ ਕੁੜੀ ਦੀ ਉਮਰ ਮਿਨੀਮਮ 18 ਸਾਲ ਹੋਵੇ, ਤਾਂ ਕਿ ਕੀ ਹੈਗਾ ਵੀ ਕੁੜੀਆਂ ਪੜ੍ਹ ਸਕਣ, ਤਾਂ ਸਕੂਲਾਂ ਵਿੱਚ ਉਹਨਾਂ ਦੀ ਗਿਣਤੀ ਵੱਧ ਸਕਦੀ ਹੈ। ਕੇਵਲ ਅਸਿੱਖਿਅਤ ਹੀ ਨਹੀਂ, ਸਿੱਖਿਅਤ ਪਰਿਵਾਰਾਂ ਵਿੱਚ ਵੀ ਘੱਟ ਉਮਰ ਵਿੱਚ ਲੜਕੀਆਂ ਦਾ ਵਿਆਹ ਕਰਦੇ ਦੇਖਿਆ ਜਾਂਦਾ। ਇਹ ਜ਼ਰੂਰੀ ਨਹੀਂ ਹੈਗਾ ਵੀ ਅਨਪੜ੍ਹ ਲੋਕ ਹੀ ਮਤਲਬ ਕਿ ਘੱਟ ਉਮਰ ਦੇ ਵਿੱਚ ਲੜਕੀਆਂ ਦਾ ਵਿਆਹ ਕਰਦੇ ਆ, ਵੀ ਜਿਹੜੇ ਲੋਕ ਪੜ੍ਹੇ ਲਿਖੇ ਉਹ ਵੀ ਘੱਟ ਉਮਰ ਦੇ ਵਿੱਚ ਲੜਕੀਆਂ ਦਾ ਵਿਆਹ ਕਰਦੇ ਆ। ਇਸ ਲਈ ਕਹਿੰਦੇ ਕਾਨੂੰਨ ਦਾ ਸਖਤੀ ਨਾਲ ਪਾਲਣਾ ਕਰਵਾਇਆ ਜਾਣਾ ਚਾਹੀਦਾ, ਵੀ ਇਹ ਕਾਨੂੰਨ ਲਾਗੂ ਹੋਣਾ ਚਾਹੀਦਾ। ਇਸਤਰੀ ਅਧਿਆਪਕਾਂ ਦੀ ਨਿਯੁਕਤੀ, ਸਕੂਲਾਂ ਵਿੱਚ ਜ਼ਿਆਦਾਤਰ ਜਿਹੜੀ ਅਧਿਆਪਕਾਂ ਦੀ ਨਿਯੁਕਤੀ ਕੀ ਹੋਣੀ ਚਾਹੀਦੀ, ਇਸਤਰੀਆਂ ਹੋਣੀਆਂ ਚਾਹੀਦੀਆਂ ਨੇ ਜਿੱਥੇ ਕੁੜੀਆਂ ਦਾ ਸਕੂਲ ਆ, ਕਿਉਂਕਿ ਜਿੱਥੇ ਮੁੰਡਿਆਂ ਵਾਲਾ ਜਿੱਥੇ ਮਤਲਬ ਕਿ ਅਧਿਆਪਕ ਪੁਰਸ਼ ਹੁੰਦੇ ਨੇ ਤਾਂ ਉੱਥੇ ਪੇਰੈਂਟਸ ਆ ਜਿਹੜੇ ਆਪਣੇ ਬੱਚਿਆਂ ਨੂੰ ਨਹੀਂ ਭੇਜਦੇ, ਠੀਕ ਹੈ, ਆਪਣੀਆਂ ਕੁੜੀਆਂ ਨੂੰ ਪੜ੍ਹਨ ਲਈ ਨਹੀਂ ਭੇਜਦੇ, ਕਿਉਂਕਿ ਉਹ ਡਰਦੇ ਨੇ, ਸਮਾਜ ਦੇ ਰੀਤੀ ਰਿਵਾਜ਼ਾਂ ਤੋਂ ਡਰਦੇ ਨੇ। ਆਰੰਭਕ ਪੱਧਰ 'ਤੇ ਜ਼ਿਆਦਾ ਤੋਂ ਜ਼ਿਆਦਾ ਔਰਤਾਂ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ, ਇਸ ਲਈ ਲੜਕੀਆਂ ਨੂੰ ਸਕੂਲਾਂ ਵਿੱਚ ਲਿਆਉਣ ਵਿੱਚ ਮਦਦ ਵੀ ਮਿਲੇਗੀ। ਇਸ ਸੰਦਰਭ ਵਿੱਚ ਕਹਿੰਦੇ 1962 ਵਿੱਚ ਕਹਿੰਦੇ ਇੱਕ ਹੰਸਾ ਮਹਿਤਾ ਕਮੇਟੀ ਨੇ ਵੀ ਸੁਝਾਅ ਦਿੱਤਾ ਕਿ ਸਾਰੇ ਆਰੰਭਿਕ ਸਕੂਲਾਂ ਵਿੱਚ ਇਸਤਰੀਆਂ ਨੂੰ ਹੀ ਅਧਿਆਪਕ ਨਿਯੁਕਤ ਕੀਤਾ ਜਾਣਾ ਚਾਹੀਦਾ, ਵੀ ਆਰੰਭਿਕ ਮਤਲਬ ਜਿਹੜੇ ਪ੍ਰਾਇਮਰੀ ਸਕੂਲ ਹੁੰਦੇ ਆ। ਅਤੇ 1963 ਵਿੱਚ ਵੀ ਬਣੀ ਭਗਤ ਜਿਹੜੀ ਵਾਤਲ ਸਮ ਕਮੇਟੀ ਸੀਗੀ, ਉਹਨੇ ਵੀ ਪ੍ਰਕਾਰ ਦੇ ਸੁਝਾਅ ਦਿੱਤੇ ਸੀਗੇ ਪ੍ਰਾਇਮਰੀ ਪੱਧਰ 'ਤੇ ਸਾਰੇ ਸਕੂਲਾਂ ਵਿੱਚ ਇਸਤਰੀਆਂ ਹੀ ਯੋਗ ਅਧਿਆਪਕ ਸਿੱਧ ਹੁੰਦੀਆਂ ਹਨ, ਕਿਉਂਕਿ ਪ੍ਰਾਇਮਰੀ ਪੱਧਰ 'ਤੇ ਹੀ ਆਪਾਂ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰਨਾ, ਤਾਂ ਉੱਥੇ ਜ਼ਿਆਦਾਤਰ ਇਸਤਰੀਆਂ ਦੀ ਨਿਯੁਕਤੀ ਹੈ ਜਿਹੜੀ ਹੋਣੀ ਚਾਹੀਦੀ ਹੈ। ਮਾਪਿਆਂ ਦੀ ਸਿੱਖਿਆ, ਸਿੱਖਿਅਤ ਮਾਤਾ ਪਿਤਾ ਜਿਹੜੇ ਪੜ੍ਹੇ ਲਿਖੇ ਮਾਪੇ ਹੋਣਗੇ ਉਹੀ ਮਤਲਬ ਕਿ ਕੁੜੀਆਂ ਦੀ ਸਿੱਖਿਆ ਨੂੰ ਮਹੱਤਵ ਨੂੰ ਸਮਝਦੇ ਨੇ। ਇਸ ਤੋਂ ਇਲਾਵਾ ਬਾਲ ਵਿਆਹ, ਲੋਕ ਦੋ ਪਰਦਾ ਪ੍ਰਥਾ ਜਿਹੀਆਂ ਬੁਰਾਈਆਂ ਸਿੱਖਿਅਤ ਪਰਿਵਾਰਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੇ। ਜਿਹੜੇ ਲੋਕ ਪੜ੍ਹੇ ਲਿਖੇ ਨਹੀਂ ਹੁੰਦੇ, ਸਿੱਖਿਆ ਤੋਂ ਬਿਨਾਂ ਇਸਤਰੀਆਂ ਆਤਮ ਨਿਰਭਰ ਆਪਣੇ 'ਤੇ ਡਿਪੈਂਡ ਨਹੀਂ ਹੋ ਸਕਦੀਆਂ, ਅਤੇ ਉਹਨਾਂ ਨੂੰ ਦੂਸਰਿਆਂ 'ਤੇ ਨਿਰਭਰ ਰਹਿਣਾ ਚਾਹੀਦਾ। ਇਸ ਚੀਜ਼ ਦੇ ਲਈ ਵੀ ਮਤਲਬ ਕਿ ਸਿੱਖਿਆ ਦੇ ਲਈ ਪ੍ਰੋਤਸਾਹਨ ਦੇਣਾ, ਸਿੱਖਿਆ ਜ਼ਰੂਰੀ ਆ, ਕਿਉਂਕਿ ਕਈ ਵਾਰ ਵੱਡੇ ਬਜ਼ੁਰਗ ਲੜਕੀਆਂ ਦੀ ਸਿੱਖਿਆ ਦਾ ਕੀ ਕਰਦੇ ਨੇ, ਵਿਰੋਧ। ਕਈ ਮਾਪੇ ਕਹਿੰਦੇ ਨੇ, ਦਾਦਾ ਦਾਦੀ ਕਹਿੰਦੇ ਨੇ ਬੱਚਿਆਂ ਦੇ ਵੀ ਕੁੜੀਆਂ ਨੂੰ ਨਹੀਂ ਪੜ੍ਹਾਉਣਾ, ਠੀਕ ਹੈ। ਰੌਚਕ ਅਤੇ ਉਪਯੋਗੀ ਪਾਠਕ੍ਰਮ, ਜਿਹੜੇ ਪਾਠਕ੍ਰਮ ਆ ਸਿਲੇਬਸ ਵਗੈਰਾ ਉਹ ਤੁਹਾਡਾ ਕੀ ਹੋਣਾ ਚਾਹੀਦਾ, ਇੰਟਰਸਟਿੰਗ ਹੋਣਾ ਚਾਹੀਦਾ, ਠੀਕ ਹੈ। ਪਾਠਕ੍ਰਮ ਨੂੰ ਲੜਕੀਆਂ ਦੇ ਲਈ ਉਪਯੋਗੀ ਅਤੇ ਰੌਚਕ ਬਣਾਇਆ ਜਾਣਾ ਚਾਹੀਦਾ। ਸਾਰੇ ਪੱਧਰਾਂ ਉੱਪਰ ਕਾਰਜ ਅਨੁਭਵ ਨੂੰ ਪਾਠਕ੍ਰਮ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ। ਪਾਠਕ੍ਰਮ ਵਿਧੀਪੂਰਨ ਅਤੇ ਲਚਕੀਲਾ ਹੋਣਾ ਚਾਹੀਦਾ, ਠੀਕ ਹੈ, ਜਿਸ ਵਿੱਚ ਉਹ ਆਪਣੀ ਰੁਚੀ ਦੇ ਅਨੁਸਾਰ ਵਿਸ਼ੇ ਕੀ ਕਰ ਸਕੇ, ਚੁਣ ਸਕੇ। ਘਰ ਦੇ ਨੇੜੇ ਸਕੂਲ ਖੋਲ੍ਹਣਾ, ਕਹਿੰਦੇ ਘਰ ਦੇ ਨੇੜੇ ਸਕੂਲ ਖੋਲ੍ਹ ਕੇ ਲੜਕੀਆਂ ਦੇ ਮਤਲਬ ਕਿ ਘਰ ਦੇ ਨੇੜੇ ਹੀ ਸਕੂਲ ਹੋਣੇ ਚਾਹੀਦੇ ਆ, ਤਾਂ ਕਿ ਮਾਪੇ ਉੱਥੋਂ ਮਤਲਬ ਕਿ ਉੱਥੇ ਕੁੜੀਆਂ ਨੂੰ ਭੇਜਣ ਦੇ ਲਈ ਕੀ ਹੋ ਜਾਣ, ਵਿਲਿੰਗ ਹੋ ਜਾਣ, ਐਗਰੀ ਹੋ ਜਾਣ। ਹੋਰ ਸਿੱਖਿਅਕ ਸੁਵਿਧਾਵਾਂ ਪ੍ਰਦਾਨ ਕਰਨੀਆਂ, ਜਿਵੇਂ ਪ੍ਰਾਇਮਰੀ ਪੱਧਰ ਉੱਤੇ ਲੜਕੀਆਂ ਦੇ ਲਈ ਸਿੱਖਿਆ ਮੁਫਤ ਹੋਣੀ ਚਾਹੀਦੀ ਆ, ਉਹਨਾਂ ਨੂੰ ਕਿਤਾਬਾਂ ਵਰਦੀਆਂ ਵਗੈਰਾ ਕੀ ਹੋਣੀਆਂ ਚਾਹੀਦੀਆਂ ਨੇ, ਮੁਫਤ ਉਪਲਬਧ ਕਰਵਾਈਆਂ ਜਾਣੀਆਂ ਚਾਹੀਦੀਆਂ। ਹੋਸਟਲਾਂ ਦੀ ਸੁਵਿਧਾ ਪ੍ਰਦਾਨ ਕਰਨੀ, ਪੇਂਡੂ ਖੇਤਰ ਦੀਆਂ ਲੜਕੀਆਂ ਦੇ ਲਈ ਹੋਸਟਲਾਂ ਦੀ ਸੁਵਿਧਾ ਹੋਣੀ ਚਾਹੀਦੀ ਹੈ, ਠੀਕ ਹੈ, ਵੀ ਆਵਾਜਾਈ ਦੇ ਸਾਧਨਾਂ ਦੀ ਜਿਹੜੀ ਮਤਲਬ ਸਹੂਲਤ ਆ ਉਹ ਵੀ ਮੁਫਤ ਹੋਣੀ ਚਾਹੀਦੀ ਆ। ਜੇਕਰ ਕਿਤੇ ਸਥਾਨਕ ਸੇਵੀ ਸੰਗਠਨ ਇਸ ਕੰਮ ਨੂੰ ਕਰ ਰਹੇ ਹਨ ਤਾਂ ਸਰਕਾਰ ਨੂੰ ਇਹਨਾਂ ਦੁਆਰਾ ਜ਼ਿਆਦਾ ਉਦਾਰਤਾਪੂਰਵਕ ਆਰਥਿਕ ਸਹਾਇਤਾ ਪ੍ਰਦਾਨ, ਮਤਲਬ ਸਰਕਾਰ ਕੀ ਹੈ ਇਹਨਾਂ ਦੀ ਸਹਾਇਤਾ ਕਰੇ, ਵੀ ਬੱਚਿਆਂ ਨੂੰ ਹੌਸਟਲ ਪ੍ਰੋਵਾਈਡ ਕਰਵਾਵੇ ਅਤੇ ਉਹਨਾਂ ਨੂੰ ਆਵਾਜਾਈ ਦੇ ਸਾਧਨ ਆ ਜਿਹੜੇ ਮੁਫਤ ਆ ਜਿਹੜੇ ਪ੍ਰੋਵਾਈਡ ਕਰਵਾਏ ਜਾਣ। ਸਮਾਜ ਦਾ ਸਹਿਯੋਗ, ਸਮਾਜ ਦੇ ਸਹਿਯੋਗ ਦੇ ਬਿਨਾਂ ਕਿਸੇ ਵੀ ਯੋਜਨਾ ਅਤੇ ਨੀਤੀ ਵਿੱਚ ਸਫਲਤਾ ਪ੍ਰਾਪਤ ਆਪਾਂ ਨਹੀਂ ਕਰ ਸਕਦੇ, ਠੀਕ ਹੈ। ਤਾਂ ਰਾਜ ਦੁਆਰਾ ਲੜਕੀਆਂ ਨੂੰ ਸਾਖਰ ਬਣਾਉਣ, ਸਾਖਰ ਮਤਲਬ ਪੜ੍ਹੀਆਂ ਲਿਖੀਆਂ ਬਣਾਉਣ ਦੇ ਲਈ ਉਦੇਸ਼ ਦੀ ਪ੍ਰਾਪਤੀ ਲਈ ਜਨਤਾ ਦੇ ਸਹਿਯੋਗ ਦੀ ਜ਼ਰੂਰਤ ਹੈ। ਸਕੂਲ ਇਮਾਰਤ ਬਣਾਉਣਾ, ਉਸ ਦੇ ਰੱਖ ਰਖਾਵ ਵਿਸ਼ੇਸ਼ ਰੂਪ ਨਾਲ ਪੇਂਡੂ ਖੇਤਰਾਂ ਵਿੱਚ ਕੰਮ ਕਰ ਰਹੀਆਂ ਅਧਿਆਪਕਾਂ ਦੇ ਰਹਿਣ ਦੀ ਵਿਵਸਥਾ ਕਰਨੀ, ਵੀ ਕਿਹੜੀਆਂ ਪੇਂਡੂ ਵੀ ਲੋਕਾਂ ਪਿੰਡੀ ਖੇਤਰਾਂ ਵਿੱਚ ਇਸਤਰੀਆਂ ਜਿਹੜੇ ਮਤਲਬ ਪੜ੍ਹਾਉਣ ਜਾਂਦੇ ਉਹਨਾਂ ਦੇ ਰਹਿਣ ਦੀ ਵਿਵਸਥਾ ਕਰਨੀ।
ਵਿਆਹੁਤਾ ਇਸਤਰੀਆਂ ਨੂੰ ਪਿੰਡਾਂ ਦੇ ਸਕੂਲਾਂ ਵਿੱਚ ਅੰਸ਼ਕਾਲੀਨ ਸਿੱਖਿਆ ਲਈ ਪ੍ਰੇਰਿਤ ਕਰਨਾ, ਵੀ ਇਸ ਤਰ੍ਹਾਂ ਆਪਾਂ ਲੋਕ ਕਰ ਸਕਦੇ ਨੇ ਸਾਰੀਆਂ ਚੀਜ਼ਾਂ, ਠੀਕ ਹੈ। ਰਾਤਰੀ ਸਕੂਲ, ਨਾਈਟ ਸਕੂਲ ਦੀ ਗੱਲ ਕੀਤੀ, ਲੜਕੀਆਂ ਦੀ ਸਿੱਖਿਆ ਨੂੰ ਪ੍ਰੋਤਸਾਹਨ ਦੇਣ ਦੀ ਰਾਤਰੀ ਸਕੂਲ ਵੀ ਖੋਲ੍ਹਣੇ ਚਾਹੀਦੇ ਆ, ਉਹਨਾਂ ਵਿੱਚ ਇਸਤਰੀਆਂ ਅਧਿਆਪਕਾਂ ਤੇ ਹੋਰ ਵਿਸ਼ੇਸ਼ ਸੁਵਿਧਾਵਾਂ ਹੋਣੀਆਂ ਚਾਹੀਦੀਆਂ ਨੇ, ਠੀਕ ਹੈ। ਨਾਮ ਦਰਜ ਕਰਵਾਉਣ ਨੂੰ ਪ੍ਰਫੁੱਲਿਤ ਕਰਨਾ, ਮਾਤਾ ਪਿਤਾ ਨੂੰ ਸਮਝਾ ਕੇ ਆਪਣੀ ਲੜਕੀਆਂ ਨੂੰ ਸਕੂਲ ਭੇਜਣ ਲਈ ਪ੍ਰੇਰਿਤ ਕਰਨਾ, ਵੀ ਮਾਤਾ ਪਿਤਾ ਨੂੰ ਸਮਝਾਓ, ਉਹਨਾਂ ਨੂੰ ਜਾ ਕੇ ਘਰੇ ਜਾ ਕੇ ਆਪਾਂ ਜਾਗਰੂਕ ਕਰੀਏ ਤਾਂ ਕਿ ਕੁੜੀਆਂ ਨੂੰ ਉਹ ਸਕੂਲ ਭੇਜਣ। ਜਿਹੜਾ ਸਮਾਂ ਉਹਨਾਂ ਦੇ ਮਤਲਬ ਕਿ ਸਕੂਲ ਪੜ੍ਹਨ ਦਾ, ਉਸ ਸਮੇਂ ਦੇ ਵਿੱਚ ਉਹਨਾਂ ਦੇ ਵਿਆਹ ਕੀਤੇ ਜਾਂਦੇ, ਵੀ ਉਹ ਵਿਆਹ ਜਿਹੜੇ ਉਹਨਾਂ ਦੇ ਨਾ ਕੀਤੇ ਜਾਣ, ਠੀਕ ਹੈ। ਤਾਂ ਇਹ ਜ਼ਰੂਰੀ ਹੋ ਜਾਂਦਾ ਵੀ ਇਹ ਅਭਿਆਨ ਚਲਾ ਕੇ ਆਪਾਂ ਸਕੂਲ ਦੇ ਵਿੱਚ ਵੀ ਜਿਹੜੀਆਂ ਜਾਣ ਵਾਲੀ ਉਮਰ ਵਾਲੀਆਂ ਲੜਕੀਆਂ ਨੇ ਵੀ ਨੇੜੇ ਦੇ ਸਕੂਲ ਦੇ ਵਿੱਚ ਆਪਣਾ ਕੀ ਕਰਨ, ਨਾਮਕਰਨ ਕਰਵਾਉਣ, ਮਤਲਬ ਰਜਿਸਟ੍ਰੇਸ਼ਨ ਕਰਾਉਣ। ਲੜਕੀਆਂ ਨੂੰ ਸੁਰੱਖਿਆ ਪ੍ਰਦਾਨ ਕਰਨਾ, ਲੜਕੀਆਂ ਨੂੰ ਸੁਰੱਖਿਅਤ ਕਰਨ ਦਾ ਸਭ ਤੋਂ ਵਧੀਆ ਉਪਾਅ ਉਹਨਾਂ ਦੁਆਰਾ ਖੁਦ ਨੂੰ ਵੀ ਮਤਲਬ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਮਜ਼ਬੂਤ ਬਣਾਉਣਾ ਚਾਹੀਦਾ। ਲੜਕੀਆਂ ਵਿੱਚ ਸਿੱਖਿਆ ਦੇ ਮਾਧਿਅਮ ਨਾਲ ਆਤਮ ਵਿਸ਼ਵਾਸ ਨੂੰ ਵੀ ਵਧਾਇਆ ਜਾ ਸਕਦਾ, ਉਹਨਾਂ ਨੂੰ ਕਾਨੂੰਨ ਨਾਲ ਜਾਣੂ ਵੀ ਕਰਵਾਇਆ ਜਾ ਸਕਦਾ, ਅਤੇ ਅਪਰਾਧੀ ਪ੍ਰਵਿਰਤੀ ਵਾਲੇ ਲੋਕਾਂ ਲਈ ਕਠੋਰ ਸਜ਼ਾ ਦਾ ਕੀ ਹੋਣਾ ਚਾਹੀਦਾ, ਪ੍ਰਬੰਧ ਹੋਣਾ ਚਾਹੀਦਾ। ਜਿਹੜੇ ਮਤਲਬ ਲੋਕ ਇਹਦੇ ਵਿੱਚ ਅਪਰਾਧ ਕਰਦੇ ਨੇ ਉਹਨਾਂ ਦੇ ਲਈ ਵੀ ਕਠੋਰ ਸਜ਼ਾ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਲਿੰਗ ਸਮਾਨਤਾ ਦੇ ਉਪਾਅ। ਸਿੱਖਿਆ, ਸਭ ਤੋਂ ਪਹਿਲਾਂ ਆਪਾਂ ਆਪਣੇ ਕੋਲੇ ਆ ਗਿਆ ਸਿੱਖਿਆ ਉਹ ਸਾਧਨ ਹੈ ਜਿਸ ਦੇ ਮਾਧਿਅਮ ਨਾਲ ਸਮਾਜ ਦੀ ਸੋਚ ਮਤਲਬ ਕਿ ਸਮਾਜ ਦੀ ਸੋਚ ਨੂੰ ਬਦਲਿਆ ਜਾ ਸਕਦਾ ਹੈ। ਸਿੱਖਿਆ ਦੁਆਰਾ ਇਸਤਰੀਆਂ ਵਿੱਚ ਆਤਮ ਵਿਸ਼ਵਾਸ ਪੈਦਾ ਹੋ ਜਾਂਦਾ, ਠੀਕ ਹੈ। ਹੀਨ ਭਾਵਨਾ ਦੂਰ ਹੁੰਦੀ ਆ। ਸਿੱਖਿਆ ਇਸਤਰੀਆਂ ਨੂੰ ਮਰਦਾਂ ਦੇ ਕੀ ਕਰ ਦਿੰਦੀ ਹੈ, ਸਮਾਨ ਬਣਾਉਂਦੀ ਹੈ, ਇਕਲ ਬਣਾਉਂਦੀ ਹੈ। ਇਸ ਪ੍ਰਕਾਰ ਸਿੱਖਿਆ ਦੇ ਮਾਧਿਅਮ ਨਾਲ ਸਿੱਖ ਸਮਾਨਤਾ ਨੂੰ ਕੀ ਕੀਤਾ ਜਾ ਸਕਦਾ, ਪ੍ਰਾਪਤ ਕੀਤਾ ਜਾ ਸਕਦਾ ਹੈ। ਇਸਤਰੀਆਂ ਦਾ ਸ਼ਸਤਰੀਕਰਨ, ਠੀਕ ਹੈ ਜੀ। ਇਸਤਰੀਆਂ ਨੂੰ ਆਤਮ ਨਿਰਭਰ ਬਣਾਏ ਬਿਨਾਂ ਲਿੰਗ ਸਮਾਨਤਾ, ਮਤਲਬ ਲਿੰਗ ਦੀ ਸਮਾਨਤਾ ਨਹੀਂ ਆ ਸਕਦੀ, ਵੀ ਲਿੰਗ ਨੂੰ ਇੱਕੋ ਜਿਹਾ ਨਹੀਂ ਮੰਨਿਆ ਜਾਂਦਾ। ਤਾਂ ਇਸਤਰੀਆਂ ਨੂੰ ਆਪਣੀ ਮਾਨਸਿਕਤਾ ਬਦਲਣੀ ਪਵੇਗੀ, ਆਪਣਾ ਮਨ ਬਦਲਣਾ ਪਊਗਾ। ਇਸਤਰੀਆਂ ਨੂੰ ਆਪਣੇ ਆਪ ਨੂੰ ਕਿਸੇ ਵੀ ਪੱਖੋਂ ਕਮਜ਼ੋਰ ਆ ਜਿਹੜਾ ਨਹੀਂ ਸਮਝਣਾ ਚਾਹੀਦਾ, ਠੀਕ ਹੈ। ਪਰਸਪਰ ਸਹਿਯੋਗ, ਭਾਰਤ ਵਿੱਚ ਲਿੰਗ ਸਮਾਨਤਾ ਦੇ ਲਈ ਕਈ ਸੰਗਠਨ ਦੇ ਆਯੋਗ ਕੰਮ ਕਰਦੇ ਆ, ਜਿਵੇਂ ਇਸਤਰੀ ਆਯੋਗ, ਰਾਸ਼ਟਰੀ ਅਤੇ ਰਾਜ ਮਨੁੱਖੀ ਅਧਿਕਾਰ ਆਯੋਗ। ਇਹ ਆਯੋਗ ਮਤਲਬ ਕਮਿਸ਼ਨ ਵਗੈਰਾ ਜਿਹੜੀਆਂ ਮਤਲਬ ਨੀਤੀਆਂ ਵਗੈਰਾ ਲਾਗੂ ਹੁੰਦੀਆਂ ਨੇ। ਇਸ ਤੋਂ ਇਲਾਵਾ ਗੈਰ ਸਰਕਾਰੀ ਸੰਗਠਨ ਵੀ ਕੰਮ ਕਰਦੇ ਆ, ਇਹਨਾਂ ਸਾਰਿਆਂ ਨੂੰ ਆਪਸੀ ਸਹਿਯੋਗ ਨਾਲ ਕਰਨਾ ਚਾਹੀਦਾ, ਮਤਲਬ ਇਹ ਕੰਮ ਸਹਿਯੋਗਤਾ ਦੇ ਨਾਲ ਹੋਣਾ ਚਾਹੀਦਾ। ਮਾਤਾ ਪਿਤਾ ਦੀ ਸੋਚ ਵਿੱਚ ਪਰਿਵਰਤਨ, ਕਹਿੰਦੇ ਲਿੰਗ ਸਮਾਨਤਾ ਦੇ ਲਈ ਵੀ ਇਹ ਵੀ ਜ਼ਰੂਰੀ ਹੈ ਵੀ ਲਿੰਗ ਨੂੰ ਜੇ ਸਮਾਨ ਦੇਖਣਾ ਵੀ ਇਹ ਸਮਾਨਤਾ ਦਾ ਘਰ ਵਿੱਚ ਹੋਣਾ ਜ਼ਰੂਰੀ ਹੈ। ਮਾਤਾ ਪਿਤਾ ਨੂੰ ਚਾਹੀਦਾ ਕਿ ਲੜਕੇ ਲੜਕੀ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਵੀ ਉਹ ਭੇਦਭਾਵ ਨਾ ਕਰੇ, ਵੀ ਉਹਨਾਂ ਨੂੰ ਇੱਕੋ ਜਿਹਾ ਹੀ ਸਮਝਿਆ ਜਾਵੇ ਅਤੇ ਉਹਨਾਂ ਨੂੰ ਸਿੱਖਿਆ ਦਾ ਸਮਾਨ ਮਤਲਬ ਕਿ ਇੱਕੋ ਜਿਹੀਆਂ ਸੁਵਿਧਾਵਾਂ ਜਿਹੜੀਆਂ ਪ੍ਰਦਾਨ ਕਰਵਾਈਆਂ ਜਾਣ। ਜਨ ਸੰਚਾਰ ਮਾਧਿਅਮ ਦੁਆਰਾ ਜਾਗਰੂਕਤਾ ਪੈਦਾ ਕਰਨਾ, ਜਨ ਸੰਸਾਰ ਜਿਹੜੀ ਸਾਧਨ ਜਾਗਰੂਕਤਾ ਪੈਦਾ ਕਰਨ ਦਾ ਸਭ ਤੋਂ ਉਚਿਤ ਸਾਧਨ ਹੈ। ਜਿਵੇਂ ਸਮਾਜ ਵਿੱਚ ਲਿੰਗ ਸਮਾਨਤਾ ਲਈ ਰੇਡੀਓ, TV ਜਿਵੇਂ ਹੋ ਗਿਆ, ਠੀਕ ਹੈ। ਅਜਿਹੇ ਸਾਧਨਾਂ ਦੁਆਰਾ ਅਜਿਹੇ ਪ੍ਰੋਗਰਾਮ ਦਿਖਾਏ ਜਾਣ ਕਿ ਇਸਤਰੀਆਂ ਨੂੰ ਉਹਨਾਂ ਦੀ ਪਰੰਪਰਾਗਤ ਭੂਮਿਕਾ ਨਾਲੋਂ ਵਿਭਿੰਨ ਭੂਮਿਕਾ, ਮਤਲਬ ਅਲੱਗ ਤਰ੍ਹਾਂ ਦੀ ਭੂਮਿਕਾ ਮਿਲੇ, ਵੀ ਉਹ ਇਹ ਨਾ ਹੋਵੇ ਪੀੜ੍ਹੀ ਦਰ ਪੀੜ੍ਹੀ ਇਸਤਰੀਆਂ ਨੂੰ ਇੱਕੋ ਹੀ ਚੀਜ਼ ਦੇ ਵਿੱਚ ਲੈ ਕੇ ਚਲਾ ਜਾਵੇ। ਲਿੰਗ ਭੇਦ ਨੂੰ ਦੂਰ ਕਰਨ ਲਈ ਬਣਾਈਆਂ ਗਈਆਂ ਸੰਵਿਧਾਨਿਕ ਵਿਵਸਥਾਵਾਂ ਅਤੇ ਕਾਨੂੰਨ ਦੇ ਵਿਸ਼ੇ ਬਾਰੇ ਵੀ ਉਹਨਾਂ ਨੂੰ ਜਾਣਕਾਰੀ ਹੈ ਜਿਹੜੀ ਦਿੱਤੀ ਜਾਣੀ ਚਾਹੀਦੀ ਹੈ। ਕਾਨੂੰਨ, ਭਾਰਤੀ ਸਮਾਜ ਵਿੱਚ ਲਿੰਗ ਭੇਦ ਦਾ ਅਨੁਭਵ ਕਰਦੇ ਹੋਏ ਕਾਨੂੰਨ ਦੁਆਰਾ ਇਸ ਨੂੰ ਦੂਰ ਕੀਤਾ ਜਾ ਸਕਦਾ ਹੈ। ਜਿਵੇਂ ਸੰਵਿਧਾਨ ਵਿੱਚ ਲਿਖਤ ਕਾਨੂੰਨ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਣਾ ਚਾਹੀਦਾ, ਵੀ ਜਿਹੜਾ ਲਿਖਤੀ ਕਾਨੂੰਨ ਆ ਵੀ ਉਹਨੂੰ ਸਹੀ ਤਰੀਕੇ ਨਾਲ ਲਾਗੂ ਕਰੇ, ਵੀ ਤਾਂ ਕਿ ਲੋਕਾਂ ਨੂੰ ਆਪਣੇ ਅਧਿਕਾਰ ਅਤੇ ਕਾਨੂੰਨਾਂ ਦੀ ਜਾਣਕਾਰੀ ਕੀ ਹੈ ਦਿੱਤੀ ਜਾਣੀ ਚਾਹੀਦੀ ਹੈ। ਮੁਸਲਿਮ ਸਮਾਜ ਦੀ ਸੋਚ ਵਿੱਚ ਪਰਿਵਰਤਨ, ਮੁਸਲਮਾਨਾਂ ਦੀ ਸੋਚ ਵਿੱਚ ਵੀ ਆਪਾਂ ਨੂੰ ਪਰਿਵਰਤਨ ਲਿਆਉਣਾ ਪਊਗਾ, ਚੇਂਜਸ ਲਿਆਉਣੇ ਪੈਣਗੇ। ਮੁਸਲਿਮ ਸਮਾਜ ਵਿੱਚ ਔਰਤਾਂ ਦੀ ਦਸ਼ਾ ਸਭ ਤੋਂ ਖਰਾਬ ਹੁੰਦੀ ਆ, ਕਿਉਂਕਿ ਉਹਦੇ ਵਿੱਚ ਰਾਜੀ ਤੁਹਾਨੂੰ ਪਤਾ ਹੀ ਹੈ ਔਰਤਾਂ ਜਿਹੜੀਆਂ ਹਮੇਸ਼ਾ ਪਰਦੇ ਦੇ ਅੰਦਰ ਰਹਿੰਦੀਆਂ ਨੇ, ਠੀਕ ਹੈ। ਮੁਸਲਿਮ ਸਮਾਜ ਉਹਨਾਂ ਨੂੰ ਸਿੱਖਿਅਤ ਕਰਨਾ, ਆਰਥਿਕ ਆਜ਼ਾਦੀ ਨਹੀਂ ਦੇਣਾ ਚਾਹੁੰਦਾ, ਵੀ ਉਹਨਾਂ ਨੂੰ ਸਿੱਖਿਆ ਨਾ ਤੋਂ ਮਤਲਬ ਕਿ ਸਟੱਡੀ ਪ੍ਰੋਵਾਈਡ ਕਰਵਾਉਂਦੇ ਨੇ ਕੁੜੀਆਂ ਨੂੰ, ਅਤੇ ਨਾ ਹੀ ਉਹਨਾਂ ਨੂੰ ਆਜ਼ਾਦੀ ਦਿੰਦੇ ਨੇ। ਅੱਜ ਵੀ ਔਰਤ ਪਰਦਾ ਪ੍ਰਥਾ ਅਤੇ ਅਨਪੜ੍ਹਤਾ ਹੇਠ ਹੈ। ਜਿਵੇਂ ਪੈਗੰਬਰ ਮੁਹੰਮਦ ਨੇ ਕਿਹਾ ਸੀ, ਜੇਕਰ ਤੁਸੀਂ ਇੱਕ ਪੁਰਸ਼ ਨੂੰ ਪੜ੍ਹਾਓਗੇ ਤਾਂ ਪੂਰਾ ਪਰਿਵਾਰ ਪੜ੍ਹ ਜਾਵੇਗਾ, ਠੀਕ ਹੈ। ਲਿੰਗ ਸਮਾਨਤਾ ਲਈ ਮੁਸਲਮਾਨ ਸਮਾਜ ਦੀ ਸੋਚ ਨੂੰ ਕੀ ਹੈ, ਬਦਲਣਾ ਚਾਹੀਦਾ। ਅਗਲਾ ਟੌਪਿਕ ਹੈ ਜੀ ਆਪਣਾ ਸਹਾਇਕ ਗਤੀਵਿਧੀਆਂ ਅਤੇ ਲਿੰਗ ਸਮਾਨਤਾਵਾਂ, ਵੀ ਆਪਾਂ ਕਿਹੜੇ ਐਕਟੀਵਿਟੀਜ਼ ਕਰ ਸਕਦੇ ਹਾਂ। ਸਹਾਇਕ ਗਤੀਵਿਧੀਆਂ ਦਾ ਅਰਥ ਹੈਗਾ ਬੇਟਾ, ਸਹਾਇਕ ਗਤੀਵਿਧੀਆਂ ਤੋਂ ਭਾਵ ਉਹਨਾਂ ਗਤੀਵਿਧੀਆਂ ਤੋਂ ਹੈ ਜਿਸ ਵਿੱਚ ਵਿਸ਼ਾ ਸਮੱਗਰੀ ਤੋਂ ਇਲਾਵਾ ਕਿਰਿਆਵਾਂ ਨੂੰ ਵੀ ਮਤਲਬ ਐਕਟੀਵਿਟੀ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਜਿਵੇਂ ਖੇਡਾਂ ਕਰਵਾਓ ਕੁੜੀਆਂ ਤੋਂ, ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣ, ਜਿਵੇਂ ਗਿੱਧਾ, ਭੰਗੜਾ, ਠੀਕ ਹੈ। ਵਿਭਿੰਨ ਵਿਸ਼ਿਆਂ ਉੱਪਰ ਪ੍ਰਤੀਯੋਗਤਾ, ਜਿਵੇਂ ਆਪਾਂ ਅਲੱਗ-ਅਲੱਗ ਟੌਪਿਕ ਦੇ 'ਤੇ ਵੀ ਸਪੀਚ ਬੋਲੋ, ਠੀਕ ਹੈ। ਵਿਭਿੰਨ ਹਸਤ ਸ਼ਿਲਪ ਹੋ ਗਿਆ, ਜਿਵੇਂ ਹੱਥ ਦੀ ਕਾਰਗਰੀ, ਜਿਵੇਂ ਮਹਿੰਦੀ ਲਗਾਉਣਾ, ਆਰਟ ਕਰਨਾ, ਕੋਈ ਮਿੱਟੀ ਦੀ ਕੋਈ ਚੀਜ਼ ਤਿਆਰ ਕਰਨੀ, ਕਸੀਦੇ ਕੱਢਣੇ, ਠੀਕ ਹੈ। ਇੱਕ ਬੱਚੇ ਦਾ ਵਿਕਾਸ ਕੇਵਲ ਜਮਾਤ ਦੇ ਅਧਿਆਪਨ ਮਤਲਬ ਸਿਰਫ ਪੜ੍ਹਾਉਣ ਨਾਲ ਹੀ ਨਹੀਂ ਹੁੰਦਾ, ਅਤੇ ਉਹਨੂੰ ਮਤਲਬ ਕਿ ਉਸ ਦੇ ਵਿੱਚ ਮਤਲਬ ਗਤੀਵਿਧੀਆਂ, ਉਹਨੂੰ ਐਕਟੀਵਿਟੀ ਵੀ ਕਰਵਾਉਣੀ ਚਾਹੀਦੀ ਹੈ।
ठीक है जी। तो एक उसके संपूर्ण व्यक्तित्व के विकास लिए पाठ सहायक क्रियावां का होना बहुत जरूरी है। तो पाठ सहायक जिहड़ियां गतिविधियां विच लड़के लड़कियां की बराबर भी उन्हों की भागीदारी इक्को जी होनी चाहिए है। तो सहायक गतिविधियों में हेठलियां गल्लां का ध्यान आपां नूं रखना चाहिए जिस नाल लिंग समानता नूं उत्साह मिले। प्रोत्साहित करना कहते सब तो महत्वपूर्ण कार्य लड़कियां की सहायक जिन्नियां भी गतिविधियां उहदे नाल रिलेटेड आ भी उहदे विच भाग लैण लई उहदे विच उत्साह पैदा करना। आपां सिੱਖਿਅਕ यात्रावां लड़कियां दे लई सिੱਖਿਅਕ यात्रावां का प्रबंध किया जाना चाहिए जिस नाल उहनां विच भी अपना आत्म विश्वास पैदा हो सके। विभिन्न प्रतियोगितावां का आयोजन स्कूल विच अलग अलग तरह की जिहड़ी प्रतियोगितावां करवाईयां जांदियां ने कॉम्पीटिशन करवाए जाते हैं जिवें भाषण प्रतियोगिता होगी जां कोई लेख लिखना ठीक है इहदा आयोजन करवाया जाता गा। तो इस चीज़ का प्रबंध होना चाहिए। प्रतियोगिता विच जिहड़े मतलब कॉम्पीटिशन करवाए जाते हैं इस तरह नाल संबंधित विषयां नूं पहल देनी चाहिए है जिवें लिंग समानता बारे गल करनी महिला सिक्ख्या होगी जां महिला शस्त्रीकरण हो गया समाज निर्माण में इस्त्री की भूमिका की है आज़ादी के संग्राम में औरतों की की भूमिका है ये सारी चीज़ों की मतलब टॉपिक है जिहड़े यूज़ करने चाहिए। विभिन्न दिवसों मनाना स्कूल में अंतरराष्ट्रीय राष्ट्रीय महिला दिवस नूं मतलब कि अंतरराष्ट्रीय ला लो या इंटरनैशनल पद्धर पर ला लो या नैशनल पद्धर पर ला लो भी जिहड़ा औरतों का दिन मनाना चाहिए। ठीक है जी। सभ्याचारक प्रोग्रामों में भागीदारी स्कूल में लड़कियों को सभ्याचारक प्रोग्राम में भी मतलब भागीदारी दिवानी चाहिए जिवें नाच करना कोई संगीत अदाकारी करके दिखानी उहदे विच भाग लैण लई उत्साहित उहनूं करना चाहिए। विभिन्न समाजिक प्रोग्रामों में भागीदारी लड़कियों को NSS NCC आदि द्वारा भी समाजिक प्रोग्राम में NCC के कैंप लगते रहे जिहड़े जिवें सफाई नाल रिलेटेड कैंप लगते हैं उहदे विच भी उन्होंने हिस्सा जिहड़ा लैना विच मतलब कि उन्हों का उत्साह जिहड़ा वधाउणा चाहिए। ठीक है। प्रार्थना सभा के द्वारा प्रार्थना सभा में लड़कियों को विभिन्न विषयों पर भी अलग अलग विषयों पर बोलने लई कहना चाहिए भी जिहदे नाल पत्तरां बारे मतलब कि न्यूज़ बारे बोल सकते हैं भी कोई पत्रकारां बारे बोल सकते हैं। ठीक है। इन्हां खेत्तरां द्वारा भी आपां जानकारी जिहड़ी उन्होंने प्रोवाइड करवा सकते हैं। वोमेन सैल का प्रबंध अरेंजमेंट ऑफ द वोमेन सैल कहते स्कूल में अलग तो वोमेन सैल होना चाहिए भी वोमेन का कुड़ियां का अलग सैल होना चाहिए ताकि उसके माध्यम नाल लड़कियां की जो भी गतिविधियां का आयोजन है भी वो आत्म विश्वास उन्होंने पैदा हो जाए भी असीं अलग तो काम कर रहे हैं। ਵੱਖ-ਵੱਖ खेडों में बराबर महत्व अलग अलग तरह के जिहड़े खेडां होंदियां ने लड़कियां दी उहदां दी मतलब भागीदारी की होनी चाहिए है बराबर होनी चाहिए है। अगे आ गया अपना पाठक्रम पाठ पुस्तकां ते लिंग समानता। पाठक्रम किद्दां दा पाठ पुस्तकां किहड़ियां यूज़ करनियां चाहिए ने लिंग समानता बारे आपां डिस्कस करना। कहते पाठक्रम सीखण सिखाउण प्रक्रिया के लिए एक रस्ता हुंदा ठीक है जिस उत्ते विद्यार्थी ने चलना। पाठक्रम की है राजी एक सीखण जां सिखाउण की प्रक्रिया हुंदी है एक रस्ता हुंदा जिहदे उपर विद्यार्थी चलदा चल के वो सिक्ख्या प्राप्त करता। इस प्रकार पाठ पुस्तकां विच एक सहायक साथी हुंदियां ने जिहदे विच बिना सीखण सिखाउण की प्रक्रिया पूर्ण नहीं। बेटा जेकर हुण आपां एक चीज़ तो देख ली भी पाठक्रम तो आपां निश्चित कर लिया भी वो सीखण सिखाउण प्रक्रिया के लिए एक रस्ता हुंदा पर आपां नूं उहदे लई अपने कोल समग्री भी होनी चाहिए है भी आपां पढ़ांगे काहदे तो बुक्स भी होणियां चाहिए ने। ठीक है। तो पाठक्रम और पाठ पुस्तकां अजिहा साधन है जिस द्वारा विद्यार्थियों के लिए बहुत महत्व है। लिंग के आधार पर पाठक्रम में अंतर नहीं होना चाहिए भी लिंग के आधार पर उन्होंने डिफरेंस नहीं होना चाहिए। राष्ट्रीय सिक्ख्या नीति विच भी इस गल ते जोर दिता गया है कि लिंग समानता लई पाठ पुस्तकां विच सुधार किए गए अजिही समग्री नूं पाठ पुस्तकां विचों हटा दिता गया जिस नाल लिंग असमानता प्रगट होंदी है। इदां दी समग्री इदां दीयां बुक्स इदां दे पाठ चैप्टर उहदे विचों खत्म करते जिहड़े लिंग असमानता नूं पैदा करते हैं। ठीक है जी। पाठ पुस्तकां की रचना करते समय लिंग समानता के लिए हेठ लिखियां गल्लां का ध्यान रखना चाहिए। जिन्ना कि अपने कोल चित्र पाठ पुस्तकां विच अजिहे चित्र होने चाहिए जिन्हां विच इस्त्रियां की भागीदारी भी प्रदर्शित होंदी होवे पुरुषां दे बराबर काम विच सहयोग होवे। कहानियां नूं शामिल करना पाठ पुस्तकां विच विशेष करके भाषा दीयां पुस्तकां विच अजिहियां कहानियां नूं शामिल किया जाए जिन्हां विच इस्त्रियां दी महत्वपूर्ण मतलब इस्त्री महत्वपूर्ण भूमिका निभावे। उपयुक्त उदाहरणां कहते पाठ पुस्तक विच अजिहियां उदाहरणां का प्रयोग करना चाहिए जिहड़ी इस्त्रियां दे महत्व नूं पेश करन। उदाहरण अजिहे होने चाहिए जिन्हां नाल इस्त्रियां नूं शामिल किया जाए। ठीक है। विषय समग्री इतिहास विच महान इस्त्रियां के जीवन प्रसंगां नूं स्थान दिता जाना चाहिए। सुतंत्रता संग्राम का इतिहास पेश करते समय पुरुषों के नाल नाल इस्त्रियां की भागीदारी का भी प्रभावशाली वर्णन है जिहड़ा होना चाहिए। अलग तो समग्री पाठ पुस्तकां विच अंतिम पन्ना अजिहा होना चाहिए जिस विच इस्त्रियां के महत्व नूं पेश किया गया होवे उस विच इस्त्रियां की जागरूकता नाल संबंधित समग्री की होनी चाहिए उपलब्ध होनी चाहिए है। प्रश्नों में इस्त्री पात्र कहते गणित दी पाठ पुस्तकां विच पुरुषों के नाल नाल प्रश्नों में भी इस्त्री पात्र ले जाने चाहिए। इस्त्री पात्र प्रश्नों के विच भी होने चाहिए है। जागरूकता पाठ पुस्तक विच अजिही समग्री का प्रयोग किया जाना चाहिए जिस समाज नूं जागरूक करे तो लिंग समानता के मौकों नूं उत्साह देवे। इस्त्रियां नाल संबंधित कानूनां ते संविधान विच लिखत गल्लां नूं महत्व है जिहड़ा दिता जाना चाहिए। पाठक्रम ते लिंग समानता पाठ समग्री विच महान इस्त्रियां के जीवन प्रसंगां नूं स्थान जिहड़ा देना चाहिए भी की उन्हां दे प्रसंग ने की काम ने। इस्त्रियां के विभिन्न कामां विच भागीदारी नूं प्रभावशाली वर्णन होना चाहिए।
ਪ੍ਰਮੁੱਖ ਇਸਤਰੀਆਂ ਨਾਲ ਸੰਬੰਧਿਤ ਪਾਠ ਮਤਲਬ ਕਿ ਵਿਸ਼ਿਆਂ ਦੀ ਪਾਠ ਪੁਸਤਕਾਂ ਰੱਖੇ ਜਾਣੇ ਚਾਹੀਦੇ ਆ। ਸਕੂਲਾਂ ਵਿੱਚ ਰਾਸ਼ਟਰੀ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਣਾ ਚਾਹੀਦਾ, ਠੀਕ ਹੈ। ਇਸਤਰੀਆਂ ਲਈ ਖਾਸ ਕਿੱਤਿਆਂ ਦੀ ਸਿੱਖਿਆ ਦਾ ਪ੍ਰਬੰਧ ਹੋਣਾ ਚਾਹੀਦਾ, ਜਿਵੇਂ ਸ਼ਿਲਪ ਕਲਾ ਹੋ ਗਈ, ਜੋ ਹੋਮ ਸਾਇੰਸ ਵਗੈਰਾ ਵਿਸ਼ੇ ਹੈ ਜਿਹੜੇ ਪੜ੍ਹਾਏ ਜਾਣ। ਪਾਠ ਸਹਾਇਕ ਗਤੀਵਿਧੀਆਂ ਵਿੱਚ ਭਾਗ ਲੈਣ ਦੇ ਲਈ ਲੜਕੀਆਂ ਨੂੰ ਵੀ ਮਤਲਬ ਉਤਸ਼ਾਹਿਤ ਕਰਨਾ ਚਾਹੀਦਾ। ਖੇਡਾਂ ਵਿੱਚ ਭਾਗ ਲੈਣ ਦੇ ਲਈ ਵੀ ਲੜਕੀਆਂ ਨੂੰ ਪ੍ਰੋਤਸਾਹਿਤ ਕਰਦਾ ਜਾਣਾ ਚਾਹੀਦਾ। ਜ਼ਰੂਰਤ ਉੱਤੇ ਆਧਾਰਿਤ ਪਾਠਕ੍ਰਮ ਵਿਕਸਿਤ ਕੀਤਾ ਜਾਵੇ, ਜਿਸ ਵਿੱਚ ਲੜਕੀਆਂ ਦੇ ਪਸੰਦ ਦੇ ਵਿਸ਼ੇ ਹੋਣ, ਠੀਕ ਹੈ। ਪਾਠਕ੍ਰਮ ਲੜਕੇ ਤੇ ਲੜਕੀਆਂ ਲਈ ਇਕਸਾਰ ਹੋਣਾ ਚਾਹੀਦਾ। ਪਾਠਕ੍ਰਮ ਵਿੱਚ ਲਚਕੀਲਾਪਨ ਵੀ ਹੋਣਾ ਚਾਹੀਦਾ, ਠੀਕ ਹੈ। ਬਾਕੀ ਇਹਦੇ ਵਿੱਚ ਕੀ ਹੈ, ਤਾਂ ਜੋ ਜ਼ਰੂਰਤ ਦੇ ਮੁਤਾਬਿਕ ਪਾਠਕ੍ਰਮ ਵਿੱਚ ਤਬਦੀਲੀਆਂ ਲਿਆਂਦੀਆਂ ਜਾ ਸਕਣ। ਪਾਠਕ੍ਰਮ ਲਿੰਗ ਪੱਖਪਾਤ ਤੋਂ ਮੁਕਤ ਹੋਣਾ ਚਾਹੀਦਾ ਅਤੇ ਇਹਨਾਂ ਦੋਨਾਂ ਲਿੰਗਾਂ ਵਿੱਚ ਅਸਮਾਨਤਾ ਪੈਦਾ ਨਾ ਕਰੇ। ਪਾਠਕ੍ਰਮ ਕੀ ਹੈ, ਰਾਜਨੀਤਿਕ ਧਾਰਮਿਕ ਹਿੱਤਾਂ ਤੋਂ ਮੁਕਤ ਹੋਣਾ ਚਾਹੀਦਾ, ਵੀ ਰਾਜਨੀਤੀ ਦਾ ਉਹਦੇ ਵਿੱਚ ਕੋਈ ਵੀ ਪ੍ਰਭਾਵ ਹੈ ਜਿਹੜਾ ਨਹੀਂ ਹੋਣਾ ਚਾਹੀਦਾ, ਠੀਕ ਹੈ। ਕਿਸੇ ਵੀ ਸਮੁਦਾਇ ਪ੍ਰਤੀ ਨਫ਼ਰਤ ਪੈਦਾ ਕਰਨ ਵਾਲੀ ਇੱਦਾਂ ਦੀ ਮਤਲਬ ਸਮਾਜ ਪ੍ਰਤੀ ਨਫ਼ਰਤ ਪੈਦਾ ਕਰਨ ਵਾਲੀ ਗੱਲ ਹੈ ਜਿਹੜੀ ਇਹਦਾ ਹਿੱਸਾ ਜਿਹੜਾ ਨਾ ਬਣੇ, ਠੀਕ ਹੈ। ਅੱਗੇ ਆ ਗਿਆ ਆਪਣੇ ਕੋਲ ਜਮਾਤ ਪ੍ਰਕਿਰਿਆਵਾਂ ਅਤੇ ਵਿਦਿਆਰਥੀ ਅਧਿਆਪਕ ਅੰਤਰ ਕਿਰਿਆਵਾਂ, ਵੀ ਜਮਾਤ ਦੇ ਵਿੱਚ ਕੀ ਕੀ ਕੰਮ ਹੁੰਦੇ ਨੇ ਅਤੇ ਵਿਦਿਆਰਥੀ ਅਤੇ ਅਧਿਆਪਕ ਦੇ ਆਪਸ ਵਿੱਚ ਕੀ ਇੰਟਰੈਕਸ਼ਨ ਹੁੰਦੀ ਆ। ਜਮਾਤ ਪ੍ਰਕਿਰਿਆ ਦੇ ਦੁਆਰਾ ਲਿੰਗ ਸਮਾਨਤਾ ਲਿਆਂਦੀ ਜਾ ਸਕਦੀ ਆ। ਜਮਾਤ ਵਿੱਚ ਬੱਚਿਆਂ ਨਾਲ ਇਸ ਪ੍ਰਕਾਰ ਦਾ ਵਿਵਹਾਰ ਕੀਤਾ ਜਾਵੇ ਕਿ ਜਮਾਤ ਵਿੱਚ ਲਿੰਗ ਸਮਾਨਤਾ ਬਣੀ ਰਹੇ, ਅਤੇ ਜਮਾਤ ਵਿੱਚ ਲਿੰਗ ਸਮਾਨਤਾ ਲਿਆਉਣ ਵਿੱਚ ਅਧਿਆਪਕ ਦੀ ਮੁੱਖ ਭੂਮਿਕਾ ਹੁੰਦੀ ਹੈ। ਅਧਿਆਪਕ ਦੁਆਰਾ ਹੀ ਲਿੰਗ ਸੰਬੰਧੀ ਰੂੜੀਵਾਦੀ ਨੂੰ ਖਤਮ ਕੀਤਾ ਜਾ ਸਕਦਾ, ਠੀਕ ਹੈ। ਮਤਲਬ ਅਧਿਆਪਕ ਦੇ ਦੁਆਰਾ ਹੀ ਇਸ ਚੀਜ਼ ਨੂੰ ਆਪਾਂ ਖਤਮ ਜਿਹੜਾ ਕਰ ਸਕਦੇ ਹਾਂ। ਤਾਂ ਵਿਦਿਆਰਥੀ ਅਤੇ ਅਧਿਆਪਕ ਦੇ ਵਿੱਚ ਵੀ ਅੰਤਰ ਕਿਰਿਆ ਹੇਠ ਲਿਖੇ ਤਰੀਕੇ ਨਾਲ ਵਧਾ ਸਕਦੇ ਹਾਂ ਆਪਾਂ, ਜਿਵੇਂ ਅਧਿਆਪਕ ਅਤੇ ਵਿਦਿਆਰਥੀ ਦਾ ਦ੍ਰਿਸ਼ਟੀਕੋਣ ਵਿਆਪਕ, ਮਤਲਬ ਕਿ ਸੋਚ ਹੈ ਜਿਹੜੀ ਉਹਨਾਂ ਦੋਨਾਂ ਦੀ ਮਤਲਬ ਕਿ ਸਕਾਰਾਤਮਕ ਪੋਜ਼ੀਟਿਵ ਹੋਣੀ ਚਾਹੀਦੀ ਆ। ਦ੍ਰਿਸ਼ਟੀਕੋਣ ਮਤਲਬ ਵੱਡੇ ਲੈਵਲ ਦਾ ਹੋਣਾ ਚਾਹੀਦਾ। ਵਿਦਿਆਰਥੀ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਕਹਿੰਦੇ ਅਧਿਆਪਕ ਨਾਲ ਚਰਚਾ ਕਰਨੀ ਚਾਹੀਦੀ, ਵੀ ਜੋ ਵੀ ਉਹਨੂੰ ਪ੍ਰੋਬਲਮਸ ਆਉਂਦੀਆਂ ਨੇ ਜਿਸ ਨਾਲ ਉਹਨਾਂ ਦੀ ਸਮੱਸਿਆ ਦਾ ਸਮਾਧਾਨ ਹੋ ਸਕੇ ਅਤੇ ਉਹਨਾਂ ਦਾ ਸੰਕੋਚ ਦੂਰ ਹੋ ਸਕੇ। ਅਧਿਆਪਕ ਦੁਆਰਾ ਜਮਾਤ ਵਿੱਚ ਸਾਰੇ ਵਿਦਿਆਰਥੀਆਂ ਤੋਂ ਪ੍ਰਸ਼ਨ ਪੁੱਛ ਕੇ ਉਹਨਾਂ ਨੂੰ ਬੋਲਣ ਦਾ ਬਰਾਬਰ ਮੌਕਾ ਜਿਹੜਾ ਪ੍ਰਦਾਨ ਕਰਨਾ ਚਾਹੀਦਾ। ਅਧਿਆਪਕ ਦੁਆਰਾ ਵਿਦਿਆਰਥੀਆਂ ਨੂੰ ਵਿਭਿੰਨ ਵਿਸ਼ਿਆਂ ਉੱਪਰ ਸਮੂਹਿਕ ਚਰਚਾ ਵਿੱਚ ਉਹ ਅਲੱਗ-ਅਲੱਗ ਵਿਸ਼ਿਆਂ 'ਤੇ ਚਰਚਾ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ। ਅਧਿਆਪਕ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਉਹਨਾਂ ਨੂੰ ਪ੍ਰਤੀਪੁਸ਼ਟੀ ਮਤਲਬ ਉਹਨਾਂ ਦਾ ਫੀਡਬੈਕ ਵੀ ਲਵੇ, ਵੀ ਸਾਡੇ ਤੋਂ ਤੁਹਾਨੂੰ ਕੁਝ ਸਮਝ ਆਇਆ ਕਿ ਨਹੀਂ ਆਇਆ। ਅਧਿਆਪਕ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਜਨਮਜਾਤ ਪ੍ਰਵਿਰਤੀਆਂ ਨੂੰ ਪਹਿਚਾਣਨ ਵਿੱਚ ਵੀ ਮਦਦ ਕਰੇ, ਠੀਕ ਹੈ। ਅਧਿਆਪਕ ਵਿਦਿਆਰਥੀਆਂ ਨੂੰ ਚੁਣੌਤੀਪੂਰਨ ਕਾਰਜ ਵੀ ਸੌਂਪੇ, ਜਿਨ੍ਹਾਂ ਨਾਲ ਉਹਨਾਂ ਦਾ ਮਨੋਬਲ ਮਤਲਬ ਉਹਨਾਂ ਦਾ ਉਤਸ਼ਾਹ ਪੈਦਾ ਹੋਵੇ, ਉਹਨਾਂ ਦੇ ਵਿੱਚ ਕਰਨ ਦੀ ਇੱਛਾ ਹੋਵੇ। ਅਧਿਆਪਕ ਸਾਰੀਆਂ ਲੜਕੀਆਂ ਵੱਲ ਬਰਾਬਰ ਧਿਆਨ ਦੇਵੇ, ਉਹ ਧਿਆਨ ਰੱਖੇ ਕਿ ਹਰੇਕ ਲੜਕੀ ਕਲਾਸ ਦੀ ਹਰੇਕ ਗਤੀਵਿਧੀ ਵਿੱਚ ਬਰਾਬਰ ਰੂਪ ਵਿੱਚ ਹਿੱਸਾ ਲਵੇ, ਠੀਕ ਹੈ ਜੀ। ਲੈ ਰਹੀ ਹੈ ਜਾਂ ਨਹੀਂ ਲੈ ਰਹੀ, ਜੇਕਰ ਕੋਈ ਲੜਕੀ ਗਤੀਵਿਧੀਆਂ ਵਿੱਚ ਭਾਗ ਨਹੀਂ ਲੈ ਰਹੀ ਤਾਂ ਉਸ ਦਾ ਕਾਰਨ ਜਾਣ ਕੇ ਉਸਦੀ ਸਮੱਸਿਆਵਾਂ ਨੂੰ ਦੂਰ ਕੀਤਾ ਜਾਵੇ। ਜੇਕਰ ਕੁਝ ਲੜਕੀਆਂ ਕਿਸੇ ਵਿਸ਼ੇ ਵਿੱਚ ਪਛੜ ਰਹੀਆਂ ਨੇ, ਮਤਲਬ ਉਹਨਾਂ ਨੂੰ ਨਹੀਂ ਸਮਝ ਆਉਂਦਾ, ਤਾਂ ਉਸ ਦਾ ਕਾਰਨ ਜਾਣ ਕੇ ਉਹਨੂੰ ਦੂਰ ਕਰਨ ਦਾ ਯਤਨ ਕੀਤਾ ਜਾਣਾ ਚਾਹੀਦਾ। ਅਧਿਆਪਕ ਨੂੰ ਕਲਾਸ ਵਿੱਚ ਲਿੰਗ ਭੇਦ ਨੂੰ ਪ੍ਰਦਰਸ਼ਿਤ ਕਰਨ ਵਾਲੇ ਕਥਨਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ, ਵੀ ਜਿਹੜੇ ਲਿੰਗ ਬਾਰੇ ਭੇਦ ਕਰਨ, ਠੀਕ ਹੈ। ਜੇਕਰ ਕਿਸੇ ਕੰਮ ਲਈ ਸਮੂਹ ਬਣਾਉਣੇ ਹੋਣ ਤਾਂ ਲੜਕੇ ਅਤੇ ਲੜਕੀਆਂ ਦੇ ਮਿਲੇ ਜੁਲੇ ਸਮੂਹ ਹੋਣੇ ਚਾਹੀਦੇ ਆ। ਅਧਿਆਪਕ ਲੜਕੇ ਲੜਕੀਆਂ ਵਿੱਚ ਕੋਈ ਵੀ ਭੇਦਭਾਵ ਹੈ ਜਿਹੜਾ ਨਾ ਕਰੇ। ਅਧਿਆਪਕ ਲੜਕੇ ਅਤੇ ਲੜਕੀਆਂ ਦੇ ਕੰਮ ਦੀ ਤੁਲਨਾ ਨਾ ਕਰੇ, ਉਹਨਾਂ ਨੂੰ ਪਰੰਪਰਾਗਤ ਭੂਮਿਕਾ ਤੋਂ ਹਟ ਕੇ ਹੋਰ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਣ ਦਾ ਮੌਕਾ ਦੇਵੇ। ਅਧਿਆਪਕ ਲੜਕੇ ਅਤੇ ਲੜਕੀਆਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਮਤਲਬ ਕਿ ਉਹਨਾਂ ਨੂੰ ਕਿੱਤਾ ਚੁਣਨ ਦੀ ਵਿੱਚ ਮਦਦ ਕਰੇ। ਸਮਾਜ ਦੇ ਵਿਭਿੰਨ ਖੇਤਰਾਂ ਵਿੱਚ ਕੰਮ ਕਰਦੀਆਂ ਸਫਲ ਮਹਿਲਾਵਾਂ ਲਾ ਲਓ, ਸਕੂਲ ਵਿੱਚ ਸੱਦਾ ਦੇ ਕੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਾ ਮੌਕਾ ਦਿੱਤਾ ਜਾਵੇ, ਇਸ ਨਾਲ ਲੜਕੀਆਂ ਨੂੰ ਪ੍ਰੇਰਨਾ ਵੀ ਮਿਲੇਗੀ, ਠੀਕ ਹੈ। ਆਪਣਾ ਵਿਸ਼ਾ ਪੜ੍ਹਾਉਣ ਦੇ ਵਕਤ ਅਧਿਆਪਕ ਵਿਸ਼ਾ ਸਮੱਗਰੀ ਦੀ ਪੇਸ਼ਕਾਰੀ ਦੇ ਮਾਧਿਅਮ ਨਾਲ ਲਿੰਗ ਭੇਦ ਨੂੰ ਕੀ ਹੈ ਪ੍ਰੋਤਸਾਹਿਤ ਨਾ ਕਰੇ। ਅਧਿਆਪਕ ਦੁਆਰਾ ਲੜਕੇ ਲੜਕੀਆਂ ਨੂੰ ਮਿਲ ਕੇ ਯੋਜਨਾਵਾਂ ਪੂਰੀਆਂ ਕਰਨ ਲਈ ਪ੍ਰੇਰਨਾ ਦੇਣੀ ਚਾਹੀਦੀ, ਵੀ ਇਕੱਠੇ ਮਿਲ ਕੇ ਕੰਮ ਕਰਨ, ਠੀਕ ਹੈ। ਅਧਿਆਪਕ ਸਿੱਖਣ ਵਿਧੀਆਂ ਵਿੱਚ ਲਿੰਗ ਸਮਾਨਤਾ ਹੋਣੀ ਜ਼ਰੂਰੀ ਬਣਾਵੇ, ਇਸ ਲਈ ਹੇਠ ਲਿਖੀਆਂ ਵਿਧੀਆਂ ਦੀ ਵਰਤੋਂ ਕਰੋ। ਪ੍ਰਸ਼ਨੋਤਰੀ ਵਿਧੀ, ਕਲਾਸ ਵਿੱਚ ਦੋਨਾਂ ਲਿੰਗਾਂ ਨੂੰ ਪ੍ਰਸ਼ਨਾਂ ਦਾ ਉੱਤਰ ਦੇਣ ਲਈ ਮੌਕਾ ਦਿੱਤਾ ਜਾਵੇ। ਜ਼ਰੂਰੀ ਨਹੀਂ ਹੈਗਾ ਵੀ ਮੁੰਡਿਆਂ ਨੂੰ ਹੀ ਮੌਕਾ ਦਿੱਤਾ ਜਾਵੇ, ਕੁੜੀਆਂ ਨੂੰ ਵੀ ਮੌਕਾ ਦੇਣਾ ਚਾਹੀਦਾ। ਸਮੂਹਿਕ ਚਰਚਾ ਵਿਧੀ, ਵਿਭਿੰਨ ਵਿਸ਼ਿਆਂ ਉੱਤੇ ਲੜਕੇ ਲੜਕੀਆਂ ਨੂੰ ਬੋਲਣ ਲਈ ਅਲੱਗ-ਅਲੱਗ ਲੜਕੇ ਲੜਕੀਆਂ ਨੂੰ ਬੋਲਣ ਲਈ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ। ਪ੍ਰੋਜੈਕਟ ਵਿਧੀ ਦੁਆਰਾ ਅਧਿਆਪਕ ਲੜਕੇ ਲੜਕੀਆਂ ਨਾਲ ਮਿਲ ਕੇ ਪ੍ਰਯੋਜਨਾ ਬਣਾਵੇ ਅਤੇ ਲਾਗੂ ਕਰੇ। ਉਦਾਹਰਨ ਦੇ ਤੌਰ 'ਤੇ ਸਮਾਜ ਨਿਰਮਾਣ ਵਿੱਚ ਮਹਿਲਾਵਾਂ ਦੀ ਭੂਮਿਕਾ ਅਤੇ ਭਾਗੀਦਾਰੀ, ਵੀ ਉਹਨਾਂ ਦਾ ਮਹਿਲਾ ਦਾ ਸ਼ਾਸਤਰੀਕਰਨ ਆਦਿ ਜਿਹੜਾ ਦਿਖਾਇਆ ਜਾਵੇ। ਜਮਾਤ ਦੇ ਕਮਰੇ ਵਿੱਚ ਲਿੰਗ ਸਮਾਨਤਾ ਲਈ ਕੰਮ ਕਰਨਾ, ਵੀ ਜਮਾਤ ਦੇ ਕਮਰੇ ਦੇ ਵਿੱਚ ਜਿਹੜੀ ਆਪਾਂ ਲਿੰਗ ਸਮਾਨਤਾ ਲਈ ਕੰਮ ਕਰਦੇ ਹਾਂ, ਠੀਕ ਹੈ, ਉਹਦੇ ਬਾਰੇ ਡਿਸਕਸ ਕਰਨਾ। ਜਮਾਤ ਪ੍ਰਕਿਰਿਆ ਦੇ ਦੁਆਰਾ ਲਿੰਗ ਸਮਾਨਤਾ ਲਿਆਂਦੀ ਜਾ ਸਕਦੀ ਹੈ। ਜਮਾਤ ਦੁਆਰਾ ਆਪਾਂ ਲਿਆ ਸਕਦੇ ਹਾਂ ਬੇਟਾ। ਜਮਾਤ ਵਿੱਚ ਬੱਚਿਆਂ ਨਾਲ ਇਸ ਪ੍ਰਕਾਰ ਦਾ ਵਿਵਹਾਰ ਕੀਤਾ ਜਾਣਾ ਚਾਹੀਦਾ ਕਿ ਜਮਾਤ ਵਿੱਚ ਲਿੰਗ ਸਮਾਨਤਾ ਬਣੀ ਰਹੇ, ਉਹਨਾਂ ਨੂੰ ਇੱਕੋ ਜਿਹਾ ਸਮਝਿਆ ਜਾਵੇ। ਜਮਾਤ ਵਿੱਚ ਲਿੰਗ ਸਮਾਨਤਾ ਲਿਆਉਣ ਵਿੱਚ ਅਧਿਆਪਕ ਦੀ ਮੁੱਖ ਭੂਮਿਕਾ ਹੁੰਦੀ ਹੈ। ਅਧਿਆਪਕ ਦੁਆਰਾ ਲਿੰਗ ਸੰਬੰਧੀ ਰੂੜੀਵਾਦ ਨੂੰ ਖਤਮ ਕਰਨਾ ਚਾਹੀਦਾ ਅਤੇ ਜਮਾਤ ਪ੍ਰਕਿਰਿਆਵਾਂ ਦੇ ਸੰਚਾਰ ਵਿੱਚ ਲੜਕੀਆਂ ਦੀ ਭਾਗੀਦਾਰੀ ਉਚਿਤ ਮਾਤਰਾ ਵਿੱਚ ਹੋਣੀ ਚਾਹੀਦੀ ਹੈ। ਵਿਦਿਆਰਥੀ ਅਤੇ ਅਧਿਆਪਕ ਦੇ ਵਿੱਚ ਵੀ ਅੰਤਰ ਕਿਰਿਆ ਹੇਠ ਲਿਖੇ ਤਰੀਕੇ ਨਾਲ ਅਸੀਂ ਵਧਾ ਸਕਦੇ ਹਾਂ। ਅਧਿਆਪਕ ਅਤੇ ਵਿਦਿਆਰਥੀ ਦਾ ਜਿਹੜਾ ਦ੍ਰਿਸ਼ਟੀਕੋਣ ਉਹ ਵਿਆਪਕ ਅਤੇ ਸਕਾਰਾਤਮਕ ਹੋਣਾ ਚਾਹੀਦਾ।
ठीक है राजे, ये वाला जो टॉपिक है ना जमात के कमरे में लिंग समानता लिए काम करना, ये सेम है जी जिवें आपां अध्यापक ते विद्यार्थी बारे पढ़े, वो सेम ही है राजे। देखो तुहानूं पता ही लग रहा, वो देखो अध्यापक ते विद्यार्थी का दृष्टिकोण मतलब व्यापक खुला होना चाहिए, तो उन्होंने समोच है जी पॉजिटिव होनी चाहिए आ। अध्यापक नूं विद्यार्थी दी सारियां समस्यावां बारे मतलब जो भी समस्यावां ने विद्यार्थी ने उन्होंने बारे चर्चा करनी चाहिए। मैं जो पहलां दस चुकी हाँ, ठीक है राजे। टॉपिक है जो रिपीट हो रहा, ये नाल जो टॉपिक आ सॉरी राजे सिलेबस तुहाडा कंप्लीट हो गया। 10 चैप्टर से अपने जेंडर डाइवर्सिटी वाले बुक दे तो अपने कंप्लीट हो गए। जो कोई भी ये प्रॉब्लम लगती हुई तो मैं दोबारा पूछ लियो। ओके बेटा, थैंक यू सो मच।